ਗੁਣ ਵਿਚਾਰੇ ਗਿਆਨੀ ਸੋਇ। ਗੁਣ ਮਹਿ ਗਿਆਨ ਪ੍ਰਾਪਤ ਹੋਇ। ਗੁਣ ਦਾਤਾ ਵਿਰਲਾ ਸੰਸਾਰ। ਸਾਚੀ ਕਰਨੀ ਗੁਰ ਵਿਚਾਰ। ਅਗੰਮ ਅਗੋਚਰ ਕੀਮਤ ਨਹੀਂ ਪਾਇ। ਤਾਂ ਮਿਲੀਐ ਜਾਂ ਲਏ ਮਿਲਾਇ। ਗੁਣਵੰਤੀ ਗੁਣ ਸਾਰੇ ਨੀਤ। ਨਾਨਕ ਗੁਰਮਤਿ ਮਿਲੀਐ ਮੀਤ। ਕਾਮ ਕ੍ਰੋਧ ਕਾਇਆ ਕਉ ਗਾਲੈ। ਜਿਉ ਕੰਚਨ ਸੁਹਾਗਾ ਢਾਲੈ। ਕਸ ਕਸ ਵਟੀ ਸਹੈ ਸੋਤਾ। ਨਦਰ ਸਰਾਫ ਵਨੀਸ ਚੜਾਉ। ਜਗਤ ਪਸ਼ੂ ਅਹੰਕਾਰ ਕਸਾਈ। ਕਰ ਕਰਤੈ ਕਰਣੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ। ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਜਿਨ ਕੀਤੀ ਤਿਨ ਕੀਮਤ ਪਾਈ। ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਆਪ ਸਰਬੱਤ ਸੰਗਤ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਅਦਬ ਸਤਿਕਾਰ ਪਿਆਰ ਸਹਿਤ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਲੜੀਵਾਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਪਾਵਨ ਬਾਣੀ ਓਅੰਕਾਰ ਰਾਗ ਰਾਮਕਲੀ ਦੇ ਵਿੱਚੋਂ ਇਸ ਬਾਣੀ ਦੀ ਵਿਚਾਰ ਨੂੰ ਆਪ ਰੋਜ਼ਾਨਾ ਦੇ ਦੀਵਾਨਾਂ ਵਿੱਚ ਸ਼ਰਵਣ ਕਰਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਅੰਕ 931 ਅਤੇ 32 ਉੱਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਬਾਣੀ ਦੇ 17 ਅਤੇ 18 ਨੰਬਰ ਬੰਦ ਨੂੰ ਇਸ ਪਾਠ ਨੂੰ ਆਪ ਜੀ ਨੇ ਸੁਣਿਆ ਹੈ। ਸਤਿਗੁਰੂ ਆਖਦੇ ਨੇ, ਗੁਣ ਵਿਚਾਰੇ ਗਿਆਨੀ ਸੋਏ। ਗਿਆਨ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦੇ ਵਿੱਚ ਸੋਝੀ ਵਾਲਾ, ਜਾਣ ਪਛਾਣ ਵਾਲਾ। ਸੰਸਾਰਕ ਪੱਧਰ ਉੱਪਰ ਅਸੀਂ ਉਸ ਵਿਅਕਤੀ ਨੂੰ ਗਿਆਨਵਾਨ ਮੰਨਦੇ ਹਾਂ ਜਿਸ ਨੂੰ ਬਹੁਤ ਸਾਰਾ ਕਿਸੇ ਚੀਜ਼ ਬਾਰੇ ਪਤਾ ਹੋਵੇ। ਕੋਈ ਵਿਅਕਤੀ ਜਾਣਕਾਰੀ ਬਹੁਤ ਜ਼ਿਆਦਾ ਰੱਖਦਾ ਹੋਵੇ, ਉਸ ਨੂੰ ਅਸੀਂ ਆਖਦੇ ਹਾਂ ਵੀ ਬੰਦਾ ਬਹੁਤ ਗਿਆਨਵਾਨ ਹੈ, ਬੜਾ ਸੋਝੀ ਵਾਲਾ ਹੈ। ਪਰ ਗੁਰਮਤਿ ਦੇ
ਸਿਧਾਂਤ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੌਸ਼ਨੀ ਵਿੱਚ ਜਿੱਥੇ ਸ਼ਬਦ ਗਿਆਨੀ ਵਰਤਿਆ ਗਿਆ ਹੈ, ਗਿਆਨੀ ਦਾ ਅਰਥ ਹੈ ਗਿਆਨੀ ਹੋਏ ਸੋ ਚੇਤਨ ਹੋਏ। ਚੇਤਨ ਦਾ ਅਰਥ ਹੈ ਸੁਚੇਤ। ਕਈ ਵਾਰ ਐਸਾ ਹੁੰਦਾ ਹੈ ਵੀ ਮਨੁੱਖ ਨੂੰ ਜਾਣਕਾਰੀ ਤੇ ਕਿਸੇ ਚੀਜ਼ ਬਾਰੇ ਬਹੁਤ ਹੁੰਦੀ ਹੈ, ਪਰ ਉਹ ਜਾਣਕਾਰੀ ਕੇਵਲ ਤੇ ਕੇਵਲ ਦਿਮਾਗੀ ਪੱਧਰ ਉੱਪਰ ਬਹੁਤ ਕੁਝ ਹੈ, ਬੜਾ ਕੁਝ ਇਨਸਾਨ ਨੇ ਇਕੱਠਾ ਕੀਤਾ ਹੈ। ਬਹੁਤ ਲੰਬਾ ਚੌੜਾ ਇਨਸਾਨ ਕਿਸੇ ਵਿਸ਼ੇ ਬਾਰੇ ਆਪਣੀ ਜਾਣਕਾਰੀ ਨਾਲ ਭਰਿਆ ਹੋਇਆ ਭਰਪੂਰ ਭਾਸ਼ਣ ਦੇ ਸਕਦਾ ਹੈ, ਦੂਸਰੇ ਵਿਅਕਤੀ ਨੂੰ ਉਸ ਜਾਣਕਾਰੀ ਬਾਰੇ ਦੱਸ ਸਕਦਾ ਹੈ, ਪਰ ਉਸ ਜਾਣਕਾਰੀ ਨੂੰ ਮਨੁੱਖ ਨੇ ਆਪ ਆਪਣੇ ਜੀਵਨ ਅੰਦਰ ਕਿਧਰੇ ਵੀ ਅਪਲਾਈ ਕਰਕੇ ਨਹੀਂ ਵੇਖਿਆ ਹੁੰਦਾ। ਉਦਾਹਰਣ ਦੇਵਾਂ, ਕਿਸੇ ਮਨੁੱਖ ਦਾ ਤੈਰਾਕੀ ਬਾਰੇ ਬਹੁਤ ਜਾਣਕਾਰੀ ਹੋਣਾ ਵੱਖਰੀ ਗੱਲ ਹੈ, ਪਰ ਖੁਦ ਤਰਨ ਦੀ ਜਾਚ ਹੋਣਾ ਇੱਕ ਵੱਖਰੀ ਗੱਲ ਹੈ। ਕਿਸੇ ਮਨੁੱਖ ਦਾ ਡਾਕਟਰੀ ਦੇ ਪੇਸ਼ੇ ਨਾਲ ਜੁੜੇ ਹੋਣ ਦੀ ਵਜ੍ਹਾ ਕਰਕੇ ਜਾਣਕਾਰੀ ਹੋਣਾ ਵੀ ਕਿਹੜੀ ਦਵਾਈ ਕਿੱਥੇ ਵਰਤੀ ਜਾਂਦੀ ਹੈ, ਔਰ ਕਿਸੇ ਮਨੁੱਖ ਦਾ ਆਪਰੇਸ਼ਨ ਕਰਨ ਲੱਗਿਆਂ ਕੀ ਚੀਜ਼ਾਂ ਦੀ ਲੋੜ ਔਰ ਕੀ ਸਾਵਧਾਨੀਆਂ ਨੇ, ਪਰ ਖੁਦ ਇਸ ਗੱਲ ਦਾ ਤਜਰਬਾ ਹੋਣਾ ਇੱਕ ਵੱਖਰੀ ਗੱਲ ਹੈ। ਭਾਵ ਇਹ ਹੈ ਕਿ ਜਾਣਕਾਰੀ ਹੋਣਾ ਵੀ ਆਹ ਕੰਮ ਇਵੇਂ ਹੋਣਾ ਚਾਹੀਦਾ ਹੈ, ਆਹ ਇਵੇਂ ਹੋਣਾ ਚਾਹੀਦਾ ਹੈ, ਆਹ ਗੱਲ ਇਵੇਂ ਹੁੰਦੀ ਹੈ, ਆਹ ਗੱਲ ਇਵੇਂ ਨਹੀਂ ਹੁੰਦੀ, ਇਹ ਠੀਕ ਹੈ ਆਪਣੀ ਜਗ੍ਹਾ ਉੱਪਰ, ਇਹ ਵੀ ਬਹੁਤ ਵੱਡੀ ਗੱਲ ਹੈ। ਪਰ ਉਸ ਜਾਣਕਾਰੀ ਦਾ ਤਜਰਬਾ ਨਾ ਕੀਤਾ ਹੋਵੇ, ਸੋਝੀ ਨਾ ਹੋਵੇ, ਖੁਦ ਉਸ ਨੂੰ ਨਾ ਮੰਨਿਆ ਤੇ ਕਮਾਇਆ ਹੋਵੇ, ਇਹ ਬਹੁਤ ਵੱਡੀ ਇਨਸਾਨ ਦੇ ਜੀਵਨ ਅੰਦਰ ਘਾਟ ਹੈ। ਸੋ ਗੁਰਬਾਣੀ ਦੀ ਰੌਸ਼ਨੀ ਵਿੱਚ ਗਿਆਨੀ ਉਹਨੂੰ ਕਿਹਾ ਗਿਆ ਹੈ ਜਿਹੜਾ ਰੱਬ ਬਾਰੇ ਜਾਣ ਤੇ ਪਛਾਣ ਰੱਖਦਾ ਹੈ, ਜਿਹੜਾ ਰੱਬ ਦੇ ਗੁਣਾਂ ਬਾਬਤ ਗੁਰੂ ਕੋਲੋਂ ਸਿੱਖਦਾ ਹੈ, ਸੋਝੀ ਹਾਸਲ ਕਰਦਾ ਹੈ ਤੇ ਉਸ ਸੋਝੀ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਅਪਲਾਈ ਕਰਦਾ, ਉਹਦਾ ਅਭਿਆਸ ਕਰਦਾ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਿਆਨੀ ਆਖਿਆ ਗਿਆ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਦੋਂ ਮਟਨ, ਕਸ਼ਮੀਰ ਦੀ ਧਰਤੀ ਦਾ ਇਲਾਕਾ ਹੈ ਮਟਨ, ਇੱਥੇ ਸਤਿਗੁਰੂ ਮਹਾਰਾਜ ਪਹੁੰਚੇ। ਇੱਥੇ ਕਿਸੇ ਵੇਲੇ ਬਹੁਤ ਵੱਡਾ ਸਨਾਤਨੀ ਮੱਤ ਦਾ ਤੀਰਥ ਸਥਾਨ ਸੀ, ਮਾਰਤੰਡ ਦਾ ਮੰਦਿਰ ਸੀ। ਇੱਥੇ ਹੀ ਇੱਕ ਲਾਗੇ ਪਿੰਡ ਪੈਂਦਾ ਹੈ ਬੀਜ ਬਿਹਾੜਾ, ਉਥੋਂ ਦਾ ਰਹਿਣ ਵਾਲਾ ਬੜਾ ਹੀ ਵਿਦਵਾਨ ਪੰਡਤ, ਜਿਸ ਨੂੰ ਬ੍ਰਹਮਦਾਸ ਕਰਕੇ ਸੱਦੀਦਾ ਹੈ। ਵਿਦਵਤਾ ਹੈ ਮਨੁੱਖ ਦੇ ਜੀਵਨ ਨੂੰ ਸੁੱਖ ਦੇਣ ਵਾਸਤੇ, ਕੁਝ ਸਮਝਣ ਵਾਸਤੇ, ਕੁਝ ਸੋਝੀ ਹਾਸਲ ਕਰਨ ਵਾਸਤੇ। ਆਪਣੀ ਅਗਿਆਨਤਾ ਦੀ ਜੜ ਪੁੱਟ ਕੇ ਮਨੁੱਖ ਆਪਣੇ ਜੀਵਨ ਅੰਦਰ ਗਿਆਨ ਦੀ ਰੌਸ਼ਨੀ ਲੈ ਕੇ ਆਵੇ, ਉਸ ਨੂੰ ਕਮਾਵੇ ਔਰ ਸੋਝੀ ਪ੍ਰਾਪਤ ਕਰੇ, ਚੰਗੇ ਤੇ ਬੁਰੇ ਦੀ ਪਛਾਣ ਕਰੇ, ਆਪਣੇ ਜੀਵਨ ਦੇ ਪੱਧਰ ਨੂੰ ਉੱਚਾ ਕਰੇ, ਜ਼ਿੰਦਗੀ ਜਿਉਣ ਵਿੱਚ ਸਹੂਲਤ ਹੋਵੇ। ਇਹ ਹੈ ਗਿਆਨ ਦਾ ਮਕਸਦ। ਪਰ ਜਦੋਂ ਗਿਆਨ ਨਾਲ ਹਉਮੈ ਜੁੜ ਜਾਏ ਤੇ ਇਹ ਬਿਮਾਰੀ ਬਣ ਜਾਂਦੀ ਹੈ, ਰੋਗ ਬਣ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜਦੋਂ ਇੱਥੇ ਪਹੁੰਚੇ, ਇਹ ਪੰਡਿਤ ਬ੍ਰਹਮਦਾਸ ਬੜਾ ਹੀ ਉਸ ਇਲਾਕੇ ਦਾ ਮੰਨਿਆ ਪਰਮੰਨਿਆ ਵਿਦਵਾਨ, ਸੋਝੀ ਬਹੁਤ ਹੈ, ਜਾਣਕਾਰੀ ਬਹੁਤ ਹੈ, ਧਰਮ ਗ੍ਰੰਥਾਂ ਦੇ ਬਾਰੇ ਕਿੱਥੇ ਕੀ ਲਿਖਿਆ ਹੈ, ਉਹਦਾ ਕੀ ਭਾਵ ਹੈ, ਕੀ ਮਤਲਬ ਹੈ, ਬਹੁਤ ਜਾਣਕਾਰੀ ਹਾਸਲ ਰੱਖਦਾ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਮਿਲਦਾ ਹੈ ਤੇ ਸਵਾਲ ਕਰਦਾ ਹੈ ਕੁਝ। ਜਨਮ ਸਾਖੀ ਵਿੱਚ ਲਿਖਿਆ ਹੈ, ਕਹਿੰਦੇ ਤੁਸੀਂ ਕਿਹੋ ਜਿਹੇ ਸਾਧੂ ਹੋ? ਕਿਉਂਕਿ ਮਹਾਰਾਜ ਬਰਫੀਲੇ ਇਲਾਕੇ ਵਿੱਚੋਂ ਆਏ ਸਨ, ਕੁਝ ਚਮੜੇ ਦੇ ਕੱਪੜੇ ਵਸਤਰ ਵੀ ਉਹਨਾਂ ਪਹਿਨੇ ਸਨ ਉਸ ਸਮੇਂ ਦੇ ਲਿਹਾਜ਼ ਦੇ ਮੁਤਾਬਕ। ਕਹਿਣ ਲੱਗਾ ਤੁਸੀਂ ਚਮੜਾ ਕਿਉਂ ਧਾਰਨ ਕੀਤਾ ਹੋਇਆ ਹੈ? ਜਿਵੇਂ ਸਾਡੇ ਕਈ ਸੱਜਣ ਕਹਿ ਦਿੰਦੇ ਨੇ ਨਾ, ਚਮੜੇ ਦੀ ਬੈਲਟ ਲਾ ਕੇ ਗੁਰਦੁਆਰੇ ਆ ਗਿਆ। ਹੁਣ ਉਹਨਾਂ ਨੂੰ ਪੁੱਛੋ ਵੀ ਜਿਹੜਾ ਅੰਦਰ ਤਬਲਾ ਵੱਜਦਾ ਹੈ ਉਹ ਕਾਹਦਾ ਹੈ? ਵੀ ਚਮੜੇ ਦਾ ਤਬਲਾ ਵੱਜ ਰਿਹਾ ਹੈ ਅੰਦਰ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਕਰਦਾ ਉਹ ਕਾਹਦਾ ਹੈ? ਉਹ ਲੋਹੇ ਦਾ ਹੈ, ਉਹ ਵੀ ਤੇ ਚਮੜੇ ਦਾ ਹੀ ਹੈ ਨਾ। ਇਹ ਖਿਆਲ ਸਨ ਵੈਸ਼ਨਵ ਸਾਧੂਆਂ ਦੇ ਵੀ ਚਮੜੇ ਦੀ ਕੋਈ ਚੀਜ਼ ਆਪਣੇ ਕੋਲ ਨਹੀਂ ਰੱਖਣੀ, ਕਿਉਂਕਿ ਉਹ ਮ੍ਰਿਤਕ ਪਸ਼ੂ ਦਾ ਚਮੜਾ ਹੈ ਜਿਹੜਾ ਕਿ ਨਹੀਂ ਧਾਰਨ ਕਰਨਾ ਚਾਹੀਦਾ। ਉਹ ਨਫ਼ਰਤ ਕਰਦੇ ਸਨ ਇਹਨਾਂ ਗੱਲਾਂ ਨਾਲ।
ਉਹ ਖਿਆਲ ਜਿਹੜੇ ਸਨ ਉਦਾਸੀਆਂ ਵਿੱਚ ਆਏ। ਉਹਨਾਂ ਸਾਧੂਆਂ ਦੇ ਰਾਹੀਂ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਬਹੁਤ ਲੰਬਾ ਸਮਾਂ ਸੇਵਾ ਸੰਭਾਲ ਕੀਤੀ ਹੈ, ਔਰ ਉਹਨਾਂ ਨੇ ਕੁਝ ਕਰਮਕਾਂਡ ਵੀ ਗੁਰਦੁਆਰਿਆਂ 'ਚ ਐਸੇ ਚਾਲੂ ਕੀਤੇ ਜਿਹੜੇ ਅੱਜ ਤੱਕ ਵੀ ਸਾਡਾ ਖਹਿੜਾ ਨਹੀਂ ਛੱਡ ਰਹੇ। ਅੱਜ ਵੀ ਅਸੀਂ ਉਹਨਾਂ ਗੱਲਾਂ ਨੂੰ ਫੜ ਕੇ ਬੈਠੇ ਹੋਏ ਹਾਂ। ਗੌਰ ਕਰਨ ਵਾਲੀ ਗੱਲ ਹੈ, ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਨਿਕਲਦਾ, ਪਰ ਮਨੁੱਖ ਉਹਨਾਂ ਚੀਜ਼ਾਂ ਨੂੰ ਚੁੱਕੀ ਫਿਰਦਾ ਹੈ। ਉਹ ਭਰਮ ਅਜੇ ਵੀ ਆਪਣੇ ਮਨਾਂ ਅੰਦਰ ਕਿਧਰੇ ਨਾ ਕਿਧਰੇ ਟਿਕਾ ਕੇ ਰੱਖੇ ਹੋਏ ਨੇ। ਉਹ ਕਹਿਣ ਲੱਗਿਆ, ਜੀ ਤੁਸੀਂ ਚਮੜਾ ਕਿਉਂ ਧਾਰਨ ਕੀਤਾ ਹੈ? ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਤਾਂ ਸਰੀਰ ਦੀ ਸਹੂਲਤ ਵਾਸਤੇ ਪਹਿਨੇ ਹੈ। ਉਸਨੇ ਕੁਝ ਹੋਰ ਵੀ ਸਵਾਲ ਕੀਤੇ ਵੀ ਤੁਸੀਂ ਸ਼ਾਸਤਰਾਂ ਦੀ ਮਰਿਆਦਾ ਮੁਤਾਬਕ ਕਿਉਂ ਨਹੀਂ ਚੱਲਦੇ? ਤੁਸੀਂ ਫਿਰ ਧਰਮੀ ਕਿਵੇਂ ਹੋਏ, ਸਾਧੂ ਕਿਵੇਂ ਹੋਏ, ਜਦੋਂ ਤੁਸੀਂ ਸ਼ਾਸਤਰਾਂ ਦਾ ਵਿਧੀ ਵਿਧਾਨ ਹੀ ਨਹੀਂ ਮੰਨਣਾ? ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਰੱਬ ਨਾਲ ਸਾਂਝ ਹੈ ਉਹ ਕਿਤੇ ਸ਼ਾਸਤਰਾਂ ਦੀ ਗੁਲਾਮ ਨਹੀਂ। ਜਿਹੜੇ ਲੋਕ ਸ਼ਾਸਤਰਾਂ ਬਾਰੇ ਨਹੀਂ ਜਾਣਦੇ ਉਹ ਵੀ ਰੱਬ ਨਾਲ ਸਾਂਝ ਰੱਖ ਸਕਦੇ ਨੇ। ਇਹ ਕੋਈ ਪਾਬੰਦੀ ਤੇ ਨਹੀਂ ਵੀ ਜਿਹੜਾ ਸ਼ਾਸਤਰਾਂ ਮੁਤਾਬਕ ਚੱਲੇਗਾ ਉਹੀ ਚੰਗਾ ਹੈ, ਦੂਜੇ ਚੰਗੇ ਨਹੀਂ ਹੋ ਸਕਦੇ। ਇਹ ਕੋਈ ਜ਼ਰੂਰੀ ਨਹੀਂ। ਕੁਝ ਐਸੇ ਸਵਾਲ ਤੇ ਜਵਾਬ ਜਿਹੜੇ ਸਨ ਬ੍ਰਹਮਦਾਸ ਦੇ ਨਾਲ ਹੋਏ। ਹਜ਼ੂਰ ਜਾਣਦੇ ਸਨ ਵੀ ਇਹ ਬ੍ਰਹਮਦਾਸ ਗਿਆਨੀ ਹੈ, ਸੋਝ ਹੀ ਰੱਖਦਾ ਹੈ, ਜਾਣਕਾਰੀ ਰੱਖਦਾ ਹੈ ਧਰਮ ਗ੍ਰੰਥਾਂ ਦੀ, ਪਰ ਇਸ ਦੇ ਦਿਲ ਤੇ ਦਿਮਾਗ ਉੱਤੇ ਹਉਮੈ ਤੇ ਹੰਕਾਰ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ, ਹਰ ਆਉਣ ਜਾਣ ਵਾਲੇ ਨਾਲ ਵਾਦ ਵਿਵਾਦ ਕਰਨਾ ਇਹਦਾ ਸੁਭਾਅ ਹੈ। ਬੇਨਤੀ ਕਰਾਂ, ਇੱਕ ਹੁੰਦਾ ਵਿਚਾਰ ਕਰਨਾ। ਵਿਚਾਰ ਦਾ ਅਰਥ ਹੁੰਦਾ ਵੀ ਕੁਝ ਮੈਂ ਆਖਿਆ, ਕੁਝ ਤੁਸੀਂ ਆਖਿਆ, ਕੁਝ ਮੈਂ ਸੁਣਿਆ, ਕੁਝ ਤੁਸਾਂ ਸੁਣਿਆ। ਗੱਲ ਖੋਜ ਪੜਤਾਲ ਕਰਦਿਆਂ ਆਪਾਂ ਕੁਝ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਹੈ ਗੁਰਮਤ ਦਾ ਕਨਸੈਪਟ। ਗੁਰਮਤ ਵਿਚਾਰ ਨੂੰ ਸ਼੍ਰੋਮਣੀ ਮੰਨਦੀ ਹੈ। ਇੱਕ ਹੁੰਦਾ ਹੈ ਵਾਦ ਵਿਵਾਦ ਕਰਨਾ। ਸੰਸਾਰ ਭਰ ਅੰਦਰ ਵਿਚਾਰ ਵਿੱਚੋਂ ਤੇ ਬਹੁਤ ਨਤੀਜੇ ਨਿਕਲੇ ਨੇ, ਪਰ ਵਾਦ ਵਿਵਾਦ ਵਿੱਚੋਂ ਸਿਵਾਏ ਵੈਰ ਨਫ਼ਰਤ ਈਰਖਾ ਦੇ, ਸਿਵਾਏ ਟੁੱਟ ਭੱਜ ਦੇ, ਸਿਵਾਏ ਲੜਾਈ ਤੇ ਝਗੜੇ ਦੇ ਅੱਜ ਤੱਕ ਕੁਝ ਨਹੀਂ ਨਿਕਲਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਵੀ ਵਾਦ ਵਿਵਾਦ ਤਾਂ ਸਿਰ ਖਪਾਈ ਹੈ, ਆਪਣਾ ਆਪਾ ਖਪਾਉਣ ਵਾਲੀ ਗੱਲ ਹੈ। ਵੈਰ ਈਰਖਾ ਨਫ਼ਰਤ ਵਿਤੰਡਾਵਾਦ ਵਧਾਉਣ ਵਾਲੀ ਗੱਲ ਹੈ। ਹਾਂ, ਜੇ ਕਿਤੇ ਹੱਲ ਨਿਕਲ ਸਕਦਾ ਹੈ ਤੇ ਉਹ ਵਿਚਾਰ ਹੀ ਕੱਢ ਸਕਦਾ ਹੈ। ਵਿਚਾਰ ਤੋਂ ਬਿਨਾਂ ਹੱਲ ਕੋਈ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਗੁਰਮਤ ਵਿੱਚ ਵਿਚਾਰ ਦੀ ਪ੍ਰਧਾਨਤਾ ਹੈ। ਵਿਚਾਰ ਪ੍ਰਧਾਨ ਧਰਮ ਹੈ ਗੁਰਮਤ ਦਾ ਧਰਮ। ਔਰ ਵਿਚਾਰ ਦੇ ਵੀ ਕੁਝ ਆਪਣੇ ਦਾਇਰੇ ਹੁੰਦੇ ਨੇ, ਵਿਚਾਰ ਦਾ ਵੀ ਕੁਝ ਆਪਣਾ ਲਹਿਜ਼ਾ ਹੁੰਦਾ ਹੈ, ਕੁਝ ਤਰੀਕਾ ਹੁੰਦਾ ਹੈ। ਖੈਰ, ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਇਸ ਗੱਲ ਬਾਬਤ ਜਾਣਕਾਰੀ ਹੈ ਵੀ ਬ੍ਰਹਮਦਾਸ ਹਰ ਇੱਕ ਨਾਲ ਚਰਚਾ ਕਰਦਾ ਹੈ। ਜਿਹੜਾ ਹਾਰ ਜਾਏ ਉਹਦੇ ਕੋਲੋਂ ਗ੍ਰੰਥ ਲੈ ਲੈਣੇ, ਜਿਹੜਾ ਜਿੱਤ ਜਾਏ ਉਹਨੂੰ ਆਪਣੇ ਗ੍ਰੰਥ ਦੇ ਦੇਣੇ, ਐਸੀ ਕੁਝ ਸ਼ਰਤ ਰੱਖਦਾ। ਭਾਵ ਇਹ ਕਿ ਮੈਂ ਸਭ ਤੋਂ ਵੱਡਾ ਗਿਆਨੀ ਹਾਂ, ਮਹਾਂਗਿਆਨੀ ਹਾਂ, ਜਿਹੜਾ ਮੇਰੇ ਨਾਲ ਅੱਗੇ ਹਾਰ ਜਾਏਗਾ, ਮੇਰੀਆਂ ਗੱਲਾਂ ਦਾ ਉੱਤਰ ਨਾ ਦੇ ਸਕਿਆ, ਉਹ ਮੈਨੂੰ ਆਪਣੇ ਗ੍ਰੰਥ ਦੇ ਜਾਏ। ਗੁਰੂ ਨਾਨਕ ਮਹਾਰਾਜ ਮੁਸਕਰਾ ਕੇ ਕਹਿੰਦੇ, ਬ੍ਰਹਮਦਾਸ ਜੀ, ਸਾਡੇ ਕੋਲ ਤਾਂ ਕੋਈ ਗ੍ਰੰਥ ਹੀ ਨਹੀਂ ਜਿਹੜਾ ਅਸੀਂ ਤੁਹਾਨੂੰ ਸੌਂਪ ਦਈਏ। ਪਰ ਹਜ਼ੂਰ ਨੇ ਜੋ ਸ਼ੁਭ ਮੱਤ ਉਸ ਨੂੰ ਦਿੱਤੀ ਹੈ ਨਾ, ਉਹ ਇਹ ਹੈ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਅਖੀਰ ਉੱਪਰ ਕਹਿੰਦੇ ਨੇ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਚਾਹਤ। ਲੇਖੇ ਵਿੱਚ ਇੱਕੋ ਚੀਜ਼ ਹੈ ਵੀ ਤੁਸਾਂ ਮੰਨਿਆ ਕੀ, ਕਮਾਇਆ ਕੀ, ਹੰਢਾਇਆ ਕੀ, ਜ਼ਿੰਦਗੀ ਨੂੰ ਕੀ ਸਕੂਨ ਮਿਲਿਆ ਤੇ ਕੀ ਜੀਵਨ ਦੇ ਅੰਦਰ ਪਰਿਵਰਤਨ ਤੇ ਤਬਦੀਲੀ ਆਈ। ਬਾਕੀ ਤਾਂ ਹਉਮੈ ਦੀਆਂ ਝੱਖਾਂ ਨੇ ਵੀ ਮੈਂ ਇੰਨਾ ਜਾਣਦਾ, ਮੇਰੇ ਕੋਲ ਇੰਨਾ ਕੁਝ ਹੈ, ਮੈਂ ਇੰਨਾ ਪੜ੍ਹਿਆ, ਮੈਂ ਇੰਨੀ ਪੂਜਾ ਕੀਤੀ ਹੈ, ਮੈਂ ਇੰਨੇ ਧਰਮ ਗ੍ਰੰਥਾਂ ਦੇ ਪਾਠ ਕੀਤੇ ਨੇ। ਇਹ ਤਾਂ ਸਭ ਲੋਕ ਵਿਖਾਵਾ ਹੀ ਹੋ ਗਿਆ। ਇਹ ਤਾਂ ਇੱਕ ਹਉਮੈ ਤੇ ਹੰਕਾਰ ਵਧਾਉਣ ਵਾਲੀ ਗੱਲ ਹੋ ਗਈ ਵੀ ਬੰਦਾ ਹਾਂ ਝੱਕ ਮਾਰ ਸਕਦਾ ਹੈ ਲੋਕਾਂ ਸਾਹਮਣੇ ਵੀ ਮੈਂ ਤਾਂ ਇੰਨਾ ਕੀਤਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਲੇਖੈ ਇੱਕ ਗੱਲ। ਲੇਖੇ ਦਾ ਅਰਥ ਹੈ ਤੇਰੇ ਖਾਤੇ ਵਿੱਚ ਇੱਕੋ ਹੀ ਚੀਜ਼ ਹੈ, ਉਹ ਤੇਰੀ ਇੱਕੋ ਹੀ ਚੀਜ਼ ਹੈ ਜਿਹੜੀ ਤੂੰ ਮੰਨ ਲਈ ਹੈ।
बाकी तो हौमे की भाषा बोलने वास्ते सपोर्ट के तौर के उत्ते समर्था के तौर के उत्ते तू सारे कर्म कीते ने भी हौमे नूं बल मिल जाए। तो गुरु साहब कहते तू की मन्निया तू की कमाया है, असल गल ते ओ है। तेरी जिंदगी के अंदर की परिवर्तन आया, असल गल ते ओ है। जे ओ चीज नहीं आई जिंदगी के अंदर तो गुरु साहब कहते बाकी तो फिर विखावा है, हौमे दियां झक्खां ने, गप्पां मारन वाली गल है भी मैं तो इन्ना जानदा। हुण सतगुरु गुरु नानक महाराज सच्चे पातशाह आखदे ने भी ओ ज्ञानी नहीं जिहड़ा दिमागी पद्धर उपर बहुत सारी जानकारी इकत्र करके रखदा भी मैनू आ भी पता है, आ भी पता है, आ भी। जे ओ पता हुई चीज नूं अपलाई नहीं कीता, मन्निया ही नहीं जीवन अंदर, ओदा कोई लाभ ही नहीं होया, तो वो तो उवें दी गल है जिवें किसे दे घर विच बहुत सारी दौलत नपी पई है पर बेचारा खाण वास्ते किसे कोलों मंगण जांदा है। खाण वास्ते किसे कोलों मंगण नूं तुसीं शाहूकार आखोगे कि दौलत बहुत है पर घर च नप के रखी हुई है, बैंक बैलेंस बहुत है पर एक भी पैसा नहीं खर्चिया, सगों खाण वास्ते भी गुआंढियां कोलों मंगदा है, दूसरे अगे हथ हटदा है, तंगी विच जिउंदा है, ना चंगा खाण नूं, ना चंगा पहनण नूं, ना रहण नूं, हर वेले तंगी ही तंगी है। मैं एक गाथा एक जगह तो पढ़ी सी, उस विच लिखिया कि एक शाहूकार बड़ा कंजूस सी, वो ना पैसा खर्चदा ते ना घरदियां नूं खर्चण दिंदा, और जेड़े उधार जिन्हां दे सिर हुंदा भी जिथों सौदा लियांदा है, होर चीज़ां लियांदियां, उन्हां ने दरवाजे ते आउणा भी साडे पैसे दिओ, पर शाहूकार ने टणकाउंदे रहना, फेर लै जाओ, फेर आयो, करदे आ, सोचदे आ। परिवार बड़ा दुखी भी कमाल है। इस इलाके च सब तो अमीर असीं आ पर सब तो तंगी भी सानू ज्यादा है। खाण वास्ते चंगा नहीं, पहनण वास्ते चंगा नहीं, हर वेले अपनियां लोड़ां भी साडियां पूरियां नहीं हुंदियां, सहूलतां भी साडे कोल कोई नहीं। असीं आम जहे इंसान नालों भी बहुत थल्ले दा जीवन जी रहे हैं, पर दौलत साडे कोल आउंदी बहुत है पर खर्च नहीं हुंदी, क्योंकि बाप खर्चण नहीं दिंदा। वो एक जगह ते इकट्ठी करके रखी जांदा, उन्हें कुछ तहखाना बनाया, उहदे विच वो जमा करी जांदा भी मैं सब तो धनी बनना। कईयां नूं लत हुंदी है, उन्हां लोकां दी इह विचार हुंदी भी मैं सब तो धनी बन के इस दुनिया तो रुखसत होवां, जदों मैं जावां दुनिया तो लोग कहण सब तो वड्डा अमीर आदमी इह सी। बस उहदे पुत्रा ने एक दिन घरदियां ने सलाह की भी कुछ करना चाहिए है, बड़ी बेइज्जती की गल है भी लोग पैसे लैण आउंदे ने, उधार जिन्हां दा असीं देना है उन्हां नूं मिलदा कख नहीं, खाली हथ मुड़दे, लोग की सोचते होणगे साडे बारे, और असीं भी खाण पीण पहनण हर चीज़ की जिहड़ी लोड़ है वह भी पूरी नहीं हुंदी, बड़ा औखा जीवन लंघ रहा है। तो ये दौलत इकट्ठी करन दी इहनूं लत है, की कीता जाए? उन्हां की कीता भी सारी दौलत कढ के लैना देना दे के बाकी पासे संभाल लई, उत्थे वड्डे वड्डे पत्थर रख दिते। हुण अपनी आदत मुताबक कुछ दिनों बाद वो शाहूकार उस दौलत की गिणती करदा है। जदों उन्हें उन्होंने गिणिया, गिणन वास्ते उन्हें वेख्या भी उत्थे तां पैसा ही कोई नहीं, दौलत ही कोई नहीं, उत्ते पत्थर पए ने। वो चीकिया, उन्हें सारा टब्बर इकट्ठा कर लिया, कहण लगा भी आ की होया? कहण लगे जी की होया? कहंदा इत्थे इन्नी दौलत सी किधर गई है, इत्थे पत्थर पए ने। उसदा पुत्र कहण लग्या जी असल गल यह है दौलत तां असां कढ लई पर तुहाडे वास्ते पत्थर जरूर रख दिते ने। कहंदा इहदी की लोड़ सी? कहंदे जी तुसां तां वेख के ही जीना है, तुसीं समझ छड्डो भी ये दोवें पत्थर सोने दे ने, तुसीं समझ छड्डो भी ये दुनिया दे सब तो वड्डे हीरे ने, सब तो वड्डे लाल ने। बस इन्हां वल वेख वेख के जीउंदे रहो, तुहानूं तां वेख के ही जीउंदे रहण दी आदत है ना। खर्चना ते तुसां है कुछ नहीं, लोड़ तुसां पूरी करनी कोई नहीं, उधार तुसां लाउणा कोई नहीं। ते जे तंगी च ही जीना है, जे त्रुटियां च ही जीना है, जे घुट घुट के ही जीना है, किसी का देना लैना भी पूरा नहीं करना, इहो जी दौलत ते पत्थर समान है, ਉਹਦਾ फायदा ही की है? जे ही होई ते ही ना होई इको जी गल है। तो तुसी समझ छड्डो, तुसी ते वेख के जीण वाले हो, तुसी ये हुण समझो भी ये दोवें पत्थर सोने दे ने ते तुहाडे हवाले ने। तुसी इन्हां नूं भावें रोज़ वेखदे रहो, वेख वेख के जीउंदे रहो, सानूं कोई इतराज नहीं। गल बड़ी आम जही है। भाव यह है कि जे वरतों विच नहीं ना आ रही कोई चीज़ तां समझो भी वो होई चाहे ना होई इको जही है।
ਜੇ ਵਰਤੋਂ ਵਿੱਚ ਨਹੀਂ ਆ ਰਹੀ। ਸਾਡੇ ਵਾਸਤੇ ਹੋਵੇ ਚਾਹੇ ਨਾ ਹੋਵੇ, ਉਹਦਾ ਕੋਈ ਲਾਭ ਨਹੀਂ ਹੈ। ਉਹ ਜਾਣਕਾਰੀ, ਉਹ ਗਿਆਨ ਜਿਹੜਾ ਸਾਡੇ ਕੋਲ ਹੈ, ਭਾਵੇਂ ਉਹ ਧਰਮ ਦਾ ਗਿਆਨ ਹੈ, ਭਾਵੇਂ ਉਹ ਰੱਬ ਦੀ ਕੋਈ ਗੱਲ ਹੈ, ਜੇ ਤਾਂ ਉਹ ਸਾਡੇ ਜੀਵਨ 'ਚ ਵਰਤੀ ਜਾ ਰਹੀ ਹੈ ਤਾਂ ਫਿਰ ਤਾਂ ਸਮਝੋ ਵੀ ਪਤਾ ਹੈ, ਗਿਆਨ ਹੈ। ਨਹੀਂ ਵਰਤੀ ਜਾ ਰਹੀ ਤਾਂ ਸਮਝ ਲਓ ਅਸੀਂ ਅਣਜਾਣ, ਸਾਨੂੰ ਕੱਖ ਨਹੀਂ ਪਤਾ। ਧਰਮ ਗ੍ਰੰਥਾਂ ਦੀ ਸੋਝੀ, ਧਰਮ ਗ੍ਰੰਥਾਂ ਦਾ ਗਿਆਨ ਤਦੋਂ ਹੀ ਗਿਆਨ ਅਖਵਾਉਂਦਾ ਹੈ ਜਦੋਂ ਉਹ ਕਮਾਈ ਦੇ ਪੱਖ ਵਿੱਚ ਹੋਵੇ, ਜਦੋਂ ਉਹਦੇ ਮੁਤਾਬਕ ਜੀਵਨ ਚੱਲ ਰਿਹਾ ਹੋਵੇ। ਜੇ ਜ਼ਿੰਦਗੀ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਜੁੜ ਰਿਹਾ ਤਾਂ ਸਮਝ ਲਓ ਧਰਮ ਗ੍ਰੰਥ ਪੜ੍ਹਿਆ ਨਾ ਪੜ੍ਹਿਆ, ਧਰਮ ਗ੍ਰੰਥ ਬਾਰੇ ਪਤਾ ਨਾ ਪਤਾ, ਇੱਕੋ ਜਿਹੀ ਗੱਲ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬਾਣੀ ਦੇ ਵਿੱਚ ਆਖਦੇ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅਸੀਂ ਤਾਂ ਵਿਸਰਾਮ ਲਾਉਂਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨਹੀਂ। ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ, ਵਿਦਿਆ ਵਿਚਾਰੀ ਤਾਂ, ਜੇ ਕੰਡੀਸ਼ਨ ਹੈ ਪਰਉਪਕਾਰੀ, ਜੇ ਤੂੰ ਪਰਉਪਕਾਰ ਕਰਦਾ ਹੈ। ਜੇ ਉਹ ਗਿਆਨ ਨੇ ਤੇਰਾ ਕੁਝ ਭਲਾ ਕੀਤਾ ਤੇ ਤੂੰ ਦੂਜੇ ਦਾ ਕੁਝ ਭਲਾ ਕਰਦਾ, ਫੇਰ ਤਾਂ ਸਮਝੀ ਵੀ ਤੂੰ ਵਿਦਿਆ ਦਾ ਵਿਚਾਰਵਾਨ ਹੈ, ਨਹੀਂ ਤਾਂ ਤੂੰ ਅਗਿਆਨੀਆਂ ਨਾਲੋਂ ਵੀ ਭੈੜਾ ਹੈ। ਘੱਟੋ ਘੱਟ ਅਗਿਆਨੀ ਨੇ, ਅਨਪੜ੍ਹ ਨੇ ਵਿਦਿਆ ਤੇ ਗਿਆਨ ਉਤੇ ਸਮਾਂ ਤੇ ਖਰਚ ਨਹੀਂ ਨਾ ਕੀਤਾ। ਤੂੰ ਤੇ ਸਮਾਂ ਵੀ ਖਰਚ ਕੀਤਾ ਤੇ ਕੱਢਿਆ ਵੀ ਕੱਖ ਨਹੀਂ, ਪਾਇਆ ਵੀ ਕੱਖ ਨਹੀਂ। ਤੇਰੇ ਨਾਲੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਹੈ ਵੀ ਸਮਾਂ ਵੀ ਲਾਏ ਤੇ ਪ੍ਰਾਪਤੀ ਵੀ ਕੋਈ ਨਾ ਕਰੇ। ਇਸ ਵਾਸਤੇ ਤੇਰੇ ਨਾਲੋਂ ਤਾਂ ਫਿਰ ਉਹ ਚੰਗਾ ਹੋਇਆ ਜਿਹਨੇ ਸਮਾਂ ਹੀ ਨਹੀਂ ਖਰਚ ਕੀਤਾ ਇਸ ਪਾਸੇ। ਗੁਰੂ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ, ਤੂੰ ਵਿਦਿਆ ਦਾ, ਗਿਆਨ ਦਾ ਵਿਚਾਰਵਾਨ ਤਾਂ ਹੈ, ਪਰਉਪਕਾਰੀ। ਜੇ ਤੇਰੇ ਪੱਲੇ ਪਰਉਪਕਾਰ ਹੈ, ਕੁਝ ਭਲੇ ਦਾ ਕੰਮ ਤੂੰ ਸਿੱਖ ਲਿਆ, ਕੁਝ ਜ਼ਿੰਦਗੀ ਦੇ ਅੰਦਰ ਤਬਦੀਲੀ ਲੈ ਆਇਆ, ਤਾਂ ਤੂੰ ਵਿਚਾਰਵਾਨ ਹੈ, ਨਹੀਂ ਤਾਂ ਤੂੰ ਕੱਖ ਵੀ ਨਹੀਂ ਜਾਣਦਾ, ਤੂੰ ਕੋਰਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ, ਗਿਆਨੀ ਉਸ ਨੂੰ ਕਹਿੰਦੇ ਨੇ ਜਿਸ ਨੇ ਗੁਰੂ ਦੇ ਉਪਦੇਸ਼, ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਲਿਆ, ਉਹਨਾਂ ਨੂੰ ਜੀ ਲਿਆ, ਉਹਨਾਂ ਨੂੰ ਹੰਢਾ ਲਿਆ। ਹਜ਼ੂਰ ਨੇ ਆਖਿਆ ਉਹੀ ਮਨੁੱਖ ਗਿਆਨਵਾਨ ਹੈ ਜਿਹਦੇ ਪੱਲੇ ਉਸ ਜਾਣਕਾਰੀ ਦੀ ਕਮਾਈ ਹੈ, ਜਿਹਦੇ ਕੋਲ ਖਾਲੀ ਦਿਮਾਗ ਦਾ ਏ, ਦਿਮਾਗੀ ਪੱਧਰ ਉੱਤੇ ਬਹੁਤ ਕੁਝ ਪਤਾ ਹੈ ਪਰ ਕਰਦਾ ਕਤਰ ਦਾ ਕੱਖ ਨਹੀਂ। ਹਜ਼ੂਰ ਕਹਿੰਦੇ ਨੇ ਉਹ ਤਾਂ ਅਗਿਆਨੀ ਤੇ ਗਿਆਨੀ ਇੱਕੋ ਜਿਹੀ ਗੱਲ ਹੈ, ਸਮਝੋ ਉਹਨੂੰ ਕੱਖ ਵੀ ਨਹੀਂ ਪਤਾ। ਉਹਦੇ ਕੋਲ ਦੌਲਤ ਤੇ ਹੋ ਸਕਦੀ ਹੈ ਪਰ ਉਹ ਵਰਤਦਾ ਨਹੀਂ, ਉਹਦੇ ਕੋਲ ਸਹੂਲਤ ਤੇ ਹੋ ਸਕਦੀ ਹੈ ਪਰ ਉਹ ਉਹਨੂੰ ਕੋਈ ਫਾਇਦਾ ਨਹੀਂ ਦਿੰਦੀ। ਹਾਂ, ਇਹ ਇੱਕੋ ਹੀ ਕੰਮ ਆ ਸਕਦੀ ਇਹ ਚੀਜ਼ ਵੀ ਲੋਕਾਂ ਨੂੰ ਦੱਸਣ ਲਈ ਵੀ ਮੇਰੇ ਕੋਲ ਇੰਨਾ ਹੈ, ਬਾਕੀ ਕੋਈ ਫਾਇਦਾ ਨਹੀਂ ਇਸ ਚੀਜ਼ ਦਾ। ਹੁਣ ਗੁਰੂ ਨਾਨਕ ਮਹਾਰਾਜ ਗਿਆਨੀ ਦੀ ਪਰਿਭਾਸ਼ਾ ਦਿੰਦੇ ਨੇ, ਗੁਣ ਵਿਚਾਰੇ, ਜਿਹੜਾ ਰੱਬ ਦੇ ਗੁਣਾਂ ਦਾ ਵਿਚਾਰਵਾਨ ਹੈ, ਜਿਹੜਾ ਰੱਬ ਦੇ ਗੁਣ, ਰੱਬ ਦੇ ਸੁਭਾਅ ਦਾ ਗਿਆਨ ਰੱਖਦਾ, ਸੋਝੀ ਰੱਖਦਾ, ਉਹਨੂੰ ਆਪਣੇ ਜੀਵਨ ਵਿੱਚ ਹੰਢਾਉਂਦਾ, ਕਹਿੰਦੇ ਗਿਆਨੀ ਸੋਏ, ਉਹ ਗਿਆਨਵਾਨ ਹੈ। ਮਹਾਰਾਜ ਆਖਦੇ ਨੇ ਗੁਣ ਮਹਿ ਗਿਆਨ ਪ੍ਰਾਪਤ ਹੋਏ, ਉਹਨਾਂ ਜੀਵਾਂ ਨੂੰ ਗੁਣ ਮਹਿ, ਰੱਬ ਦੇ ਗੁਣਾਂ ਵਿੱਚੋਂ ਗਿਆਨ ਦਾ ਅਰਥ ਹੈ ਸਾਂਝ। ਗਿਆਨ ਦਾ ਅਰਥ ਹੁੰਦਾ ਹੈ ਸਾਂਝ ਬਣ ਜਾਣੀ। ਉਹਨਾਂ ਦੀ ਸਾਂਝ ਹੀ ਵਾਹਿਗੁਰੂ ਪ੍ਰਮਾਤਮਾ ਨਾਲ ਬਣਦੀ ਏ, ਉਹਨਾਂ ਨੂੰ ਹੀ ਉਹ ਵਾਹਿਗੁਰੂ ਦੀ ਸਾਂਝ ਪ੍ਰਾਪਤ ਹੁੰਦੀ ਹੈ ਜਿਹੜੇ ਉਸ ਅਕਾਲ ਪੁਰਖ ਦੇ ਗੁਣਾਂ ਨਾਲ ਜੁੜਦੇ ਨੇ। ਜਿਹੜੇ ਗੁਣ ਗੁਰੂ ਨੇ ਅਕਾਲ ਪੁਰਖ ਵਿੱਚ ਦੱਸੇ, ਸਿੱਖ ਦਾ ਕਰਮ ਹੈ ਉਹਨਾਂ ਗੁਣਾਂ ਦੀ ਸੋਝੀ ਪ੍ਰਾਪਤ ਕਰਕੇ ਉਹਨਾਂ ਗੁਣਾਂ ਦੀ ਆਪਣੇ ਜੀਵਨ ਅੰਦਰ ਪ੍ਰੈਕਟਿਸ ਕਰਨੀ, ਉਹਨਾਂ ਨੂੰ ਆਪਣੇ ਜੀਵਨ ਅੰਦਰ ਹੰਢਾਉਣਾ, ਜਿਉਣਾ, ਔਰ ਉਹ ਗੁਣ ਆਪਣੇ ਜੀਵਨ ਅੰਦਰ ਧਾਰਨ ਕਰਨ ਦੀ ਕੋਸ਼ਿਸ਼ ਵਿੱਚ, ਯਤਨ ਵਿੱਚ ਲੱਗੇ ਰਹਿਣਾ ਲਗਾਤਾਰ। ਇਸ ਨੂੰ ਕਹਿੰਦੇ ਹਨ ਵੀ ਜਿਹੜਾ ਇਹ ਗੁਣ ਸਿੱਖ ਰਿਹਾ ਹੈ ਉਹ ਗੁਰਸਿੱਖ ਹੈ, ਗੁਰੂ ਦਾ ਸਿੱਖ। ਗੁਰੂ ਕਹਿੰਦੇ ਨੇ ਗੁਣ ਮਹਿ ਗਿਆਨ ਪ੍ਰਾਪਤ ਹੋਏ, ਇਸ ਗੁਣ ਦੇ ਨਾਲ ਹੀ ਉਹਦੀ ਜਾਣਕਾਰੀ, ਉਹਦਾ ਸੰਬੰਧ, ਉਹਦਾ ਰਿਲੇਸ਼ਨ, ਉਹਦੀ ਸਾਂਝ ਅਕਾਲ ਪੁਰਖ ਵਾਹਿਗੁਰੂ ਨਾਲ ਬਣਦੀ ਏ। ਇਹ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ। ਗੁਣ ਦਾਤਾ ਵਿਰਲਾ ਸੰਸਾਰ, ਗੁਰੂ ਕਹਿੰਦੇ ਨੇ ਸੰਸਾਰ ਵਿੱਚ ਵਿਰਲਾ ਹੈ। ਭਾਵ ਵਿਰਲਾ ਜਦੋਂ ਸ਼ਬਦ ਆਏ ਬਾਣੀ ਅੰਦਰ, ਇਸ ਦਾ ਭਾਵ ਹੁੰਦਾ ਹੈ ਮਹੱਤਵਪੂਰਨ, ਇੰਪੋਰਟੈਂਟ, ਬਹੁਤ ਮਹੱਤਵਪੂਰਨ, ਖਾਸਮ ਖਾਸ।
ਆਦਰ ਤੇ ਸਤਕਾਰ ਦਾ ਪਾਤਰ। ਗੁਰੂ ਮਹਾਰਾਜ ਕਹਿੰਦੇ ਨੇ ਗੁਣ ਦਾਤਾ, ਰੱਬ ਦੇ ਗੁਣ ਵੰਡਣ ਵਾਲਾ ਵਿਰਲਾ ਹੈ ਸੰਸਾਰ ਦੇ ਅੰਦਰ। ਉਹ ਲੋਕ ਸਤਕਾਰ ਦੇ ਪਾਤਰ ਨੇ, ਉਹ ਜੀਵ ਖਾਸ ਨੇ, ਸ਼੍ਰੋਮਣੀ ਨੇ, ਚੰਗੇ ਨੇ, ਜਿਹੜੇ ਰੱਬ ਦੇ ਗੁਣ ਵੰਡਦੇ ਹਨ ਸੰਸਾਰ ਦੇ ਅੰਦਰ। ਗੁਰੂ ਮਹਾਰਾਜ ਬਾਣੀ ਵਿੱਚ ਆਖਦੇ ਨੇ, 12 ਮਾਹ ਦੀ ਬਾਣੀ ਦੇ ਅੰਦਰ ਮਾਘ ਦੇ ਮਹੀਨੇ ਦਾ ਸੰਕੇਤ ਵਰਤ ਕੇ, ਕਿਉਂਕਿ ਪੁਰਾਤਨ ਸਨਾਤਨੀ ਮੱਤ ਦੇ ਖਿਆਲ ਦੇ ਮੁਤਾਬਕ ਮਾਘ ਦੀ ਮਕਰ ਸੰਕਰਾਂਤ ਉਹਨੂੰ ਕਹਿੰਦੇ ਨੇ। ਮਾਘ ਦੀ ਸੰਗਰਾਂਦ ਵਾਲੇ ਦਿਨ ਇਸ਼ਨਾਨ ਕਰਨਾ, ਤੀਰਥ ਉੱਤੇ ਜਾ ਕੇ ਨਹਾਉਣਾ ਤੇ ਕੁਝ ਦਾਨ ਪੁੰਨ ਉਸ ਜਗ੍ਹਾ ਦੇ ਉੱਤੇ ਕਰਕੇ ਆਉਣਾ, ਇਹ ਦੋ ਕੰਮ ਕਰਨ ਦੇ ਨਾਲ ਮੰਨਿਆ ਜਾਂਦਾ ਹੈ। ਪੁਜਾਰੀਆਂ ਨੇ ਲੋਕਾਂ ਨੂੰ ਇਹ ਦੱਸਿਆ ਵੀ ਜਿਹੜਾ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਮਕਰ ਸੰਕ੍ਰਾਂਤੀ ਭਾਵ ਮਾਘ ਦੀ ਸੰਗਰਾਂਦ ਵਾਲੇ ਦਿਨ ਤੇ ਨਾਲ ਦਾਨ ਪੁੰਨ ਕਰਕੇ ਆਉਂਦਾ ਹੈ, ਉਹਦੇ ਪਾਪ ਕੱਟੇ ਜਾਂਦੇ ਨੇ, ਉਹਨੂੰ ਮੁਕਤੀ ਮਿਲਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਮਾਘ ਮਹੀਨੇ ਦਾ ਸੰਕੇਤ ਵਰਤ ਕੇ ਜੋ ਉਪਦੇਸ਼ ਦਿੱਤਾ। ਸਤਿਗੁਰੂ ਆਖਦੇ, ਮਾਘ ਮੱਜਨ ਸੰਗ ਸਾਧੂਆਂ ਇਸ਼ਨਾਨ ਤੇ ਕਰ, ਪਰ ਕਈ 100 ਕਿਲੋਮੀਟਰ ਜਾ ਕੇ ਸਰੀਰ ਦਾ ਚੁੱਭਾ ਲਾ ਕੇ ਤੂੰ ਸੋਚੇ ਵੀ ਪਾਪ ਉਤਰ ਗਏ ਨੇ ਤੇ ਬਸ। ਗੁਰੂ ਮਹਾਰਾਜ ਆਖਦੇ ਨੇ, ਜੇ ਤੂੰ ਇਸ਼ਨਾਨ ਨਹੀਂ ਕਰਨਾ ਹੈ, ਜੇ ਸਹੀ ਮਾਇਨਿਆਂ ਵਿੱਚ ਤੂੰ ਬੁਰਾਈ ਤੋਂ, ਪਾਪ ਤੋਂ, ਮੰਦੇ ਕਰਮਾਂ ਤੋਂ, ਮੰਦੇ ਖਿਆਲ ਤੇ ਮੰਦੀਆਂ ਆਦਤਾਂ ਤੋਂ ਖਹਿੜਾ ਛਡਾਉਣਾ ਹੈ, ਤਾਂ ਇੱਕ ਕੰਮ ਕਰ। ਮਾਘ ਮੱਜਨ ਸੰਗ ਸਾਧੂਆਂ, ਮੱਜਨ ਕਹਿੰਦੇ ਨੇ ਇਸ਼ਨਾਨ ਨੂੰ, ਸਾਧੂਆਂ ਦਾ ਅਰਥ ਹੈ ਸਤ ਸੰਗੀ, ਨੇਕ ਲੋਕ, ਸਤ ਸੰਗੀ। ਸਤ ਸੰਗੀਆਂ ਦੇ ਵਿੱਚ ਆ ਕੇ ਬੈਠ ਔਰ ਧੂੜੀ ਕਰ ਇਸ਼ਨਾਨ। ਧੂੜੀ ਦਾ ਅਰਥ ਹੈ ਨਿਮਰਤਾ, ਖਾਕ ਹੋਣਾ, ਜਿਹਨੂੰ ਅਸੀਂ ਕਹਿੰਦੇ ਵੀ ਮੈਂ ਤਾਂ ਖਾਕ ਹੋ ਗਿਆ ਉਸ ਦੇ ਰਾਹਾਂ ਦੇ ਵਿੱਚ, ਭਾਵ ਹੈ ਨਿਮਰਤਾ ਧਾਰਨ ਕਰ ਲੈਣੀ, ਹਲੇਮੀ ਲੈ ਆਉਣੀ, ਬਰਦਾਸ਼ਤ ਕਰਨ ਦਾ ਮਾਦਾ ਰੱਖਣਾ। ਗੁਰੂ ਸਾਹਿਬ ਕਹਿੰਦੇ ਨੇ ਸਤ ਸੰਗਤ ਵਿੱਚ ਆ ਕੇ ਗੁਰੂ ਦੇ, ਰੱਬ ਦੇ ਗੁਣਾਂ ਨਾਲ ਸਾਂਝ ਬਣਾ ਔਰ ਨਿਮਰਤਾ ਤੇ ਹਲੇਮੀ ਰੱਖ, ਬਰਦਾਸ਼ਤ ਕਰਨ ਦਾ ਮਾਦਾ ਰੱਖ। ਸਤਿਗੁਰੂ ਕਹਿੰਦੇ ਨੇ ਇਹ ਤੇਰਾ ਇਸ਼ਨਾਨ ਹੈ, ਇਹ ਮਨ ਦਾ ਇਸ਼ਨਾਨ ਹੈ, ਆਤਮਾ ਦਾ। ਔਰ ਅੱਗੇ ਕਹਿੰਦੇ, ਹਰਿ ਕਾ ਨਾਮ ਧਿਆਏ ਸੁਣ। ਅਕਾਲ ਪੁਰਖ ਦੇ ਗੁਣਾਂ ਦੀ ਗੱਲ ਨੂੰ ਸੁਣ ਤੇ ਦ੍ਰਿੜ ਕਰ, ਆਪਣੇ ਮਨ ਅੰਦਰ ਚੇਤੇ ਵਿੱਚ ਰੱਖ ਤੇ ਅਗਲਾ ਕੰਮ ਵੀ ਕਰ। ਸਭਨਾਂ ਨੂੰ ਕਰ ਦਾਨ, ਉਹਨੂੰ ਅੱਗੇ ਵੀ ਵੰਡ, ਕਿਉਂਕਿ ਗੁਰਸਿੱਖ ਲਈ ਹੁਕਮ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਗੁਰੂ ਕਹਿੰਦੇ ਮੈਂ ਉਹਦਾ ਸਤਿਕਾਰ ਕਰਦਾ, ਤੈ ਦਿਲੋਂ ਆਦਰ ਹੈ ਉਸ ਗੁਰਸਿੱਖ ਦਾ ਜੋ ਆਪ ਜਪੈ ਅਵਰਾ ਨਾਮ ਜਪਾਵੈ, ਜੋ ਆਪ ਵੀ ਦ੍ਰਿੜ ਕਰਦਾ ਹੈ ਤੇ ਦੂਸਰਿਆਂ ਨੂੰ ਵੀ ਦ੍ਰਿੜ ਕਰਵਾਉਣ ਦੇ ਰਾਹ ਦੇ ਉੱਤੇ ਚੱਲਦਾ ਹੈ। ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਵੀ ਸਾਡੀ ਚੰਗਿਆਈ ਸਾਡੇ ਕੋਲ ਹੈ ਤੇ ਇਸ ਚੰਗਿਆਈ ਨੂੰ ਹੋਰ ਵੀ ਚਾਰ ਚੰਨ ਲੱਗ ਜਾਣ ਜੇ ਮਾਹੌਲ ਵੀ ਆਲੇ ਦੁਆਲੇ ਚੰਗਾ ਬਣ ਜਾਏ। ਨਹੀਂ ਤੇ ਚੰਗੇ ਬੰਦੇ ਦਾ ਦਮ ਘੁੱਟਣ ਲੱਗ ਪੈਂਦਾ, ਕਿਉਂਕਿ ਆਲੇ ਦੁਆਲੇ ਮਾਹੌਲ ਚੰਗਾ ਨਹੀਂ। ਆਲੇ ਦੁਆਲੇ ਜਿੰਨਾ ਕੁਝ ਵੀ ਸਿਚੁਏਸ਼ਨ ਹੈ, ਜਿੰਨਾ ਵੀ ਆਲੇ ਦੁਆਲੇ ਦਾ ਵਾਤਾਵਰਨ ਹੈ, ਉਹ ਜੇ ਬੇਹੱਦ ਮਾੜਾ ਰਹੇਗਾ ਤਾਂ ਚੰਗੇ ਇਨਸਾਨ ਦਾ ਜੀਣਾ ਵੀ ਦੁੱਭਰ ਹੋ ਜਾਏਗਾ। ਬਹੁਤ ਔਖਾ ਹੈ, ਬਹੁਤ ਕਠਿਨ ਹੈ। ਸੋ ਇਸ ਵਾਸਤੇ ਜਿੱਥੇ ਇਨਸਾਨ ਨੇ ਆਪ ਨੇਕ ਬਣਨਾ, ਚੰਗੇ ਖਿਆਲ ਆਪਣੇ ਜੀਵਨ ਚ ਵਸਾਉਣੇ ਨੇ, ਚੰਗਾ ਉਦਮ ਕਰਨਾ, ਸਚਿਆਰਾ ਬਣਨਾ, ਉਥੇ ਨਾਲ ਨਾਲ ਉਹਨੇ ਆਪਣੇ ਆਲੇ ਦੁਆਲੇ ਨੂੰ ਵੀ ਸਵਾਰਦੇ ਜਾਣਾ, ਤਾਂ ਕਿ ਚੰਗਿਆਈ ਵੱਧ ਫੁੱਲ ਸਕੇ, ਤਾਂ ਕਿ ਧਰਮ ਜਿਹੜਾ ਹੈ ਉਹ ਹੋਰ ਉੱਚਾ ਜਾ ਸਕੇ। ਗੁਰੂ ਮਹਾਰਾਜ ਆਖਦੇ ਨੇ, ਆਪ ਜਪੈ ਅਵਰਹ ਨਾਮ ਜਪਾਵੈ। ਹੁਣ ਜਦੋਂ ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖਦੇ ਆ ਤਾਂ ਉਹਨਾਂ ਸੱਜਣਾ ਦੀ ਜ਼ਿੰਦਗੀ ਤੇ ਬੜਾ ਅਫਸੋਸ ਹੁੰਦਾ ਹੈ ਜਿਹੜੇ ਕਹਿੰਦੇ ਨੇ ਵੀ ਅਸੀਂ ਜਿਹੜਾ ਨਾਮ ਲਿਆ ਨਾ, ਅਸੀਂ ਤਾਂ ਅੱਗੇ ਦੱਸ ਨਹੀਂ ਸਕਦੇ, ਕਿਉਂਕਿ ਸਾਨੂੰ ਤਾਂ ਨਾਮ ਦੇਣ ਵਾਲਿਆਂ ਨੇ ਮਨਾ ਕੀਤਾ ਵੀ ਕੰਨ 'ਚ ਫੂਕ ਮਾਰ ਦਿੱਤੀ, ਇਹ 2-4 ਸ਼ਬਦ ਦੱਸ ਦਿੱਤੇ ਨੇ, ਉਹਨਾਂ ਨੂੰ ਕਹਿ ਵੀ ਅੱਗੇ ਨਾ ਦੱਸਿਓ। ਵੀ ਭਲਿਆ ਮਾਨਸਾ, ਤੂੰ ਵੀ ਤੇ ਦੱਸ ਹੀ ਦਿੱਤਾ, ਤੂੰ ਵੀ ਤੇ ਦੱਸਿਆ ਹੀ ਹੈ, ਤਾਂ ਹੀ ਉਹਨੂੰ ਪਤਾ ਲੱਗਿਆ, ਪਰ ਉਹਨੂੰ ਜ਼ਰੂਰ ਕਹਿ ਦਿੱਤਾ ਤੂੰ ਅੱਗੇ ਨਹੀਂ ਦੱਸਣਾ। ਔਰ ਜਿੰਨਿਆਂ ਦੇ ਵੀ ਕੰਨਾਂ ਵਿੱਚ ਨਾਮ ਦਿੱਤਾ ਹੈ ਉਹਨਾਂ ਨੂੰ ਕਹਿ ਦਿੱਤਾ ਵੀ ਅੱਗੇ ਨਾ ਦੱਸਿਓ, ਆਪ ਸਾਰਿਆਂ ਨੂੰ ਹੀ ਦੱਸ ਦਿੱਤਾ। ਪਹਿਲਾਂ ਤਾਂ ਨਿਯਮ ਆਪ ਹੀ ਭੰਗ ਕਰ ਲਿਆ।
ਅੱਗੇ ਸਾਰਿਆਂ ਨੂੰ ਹੀ ਦੱਸ ਦਿੱਤਾ ਔਰ ਸਾਰਿਆਂ ਨੂੰ ਨਾਲ ਇਹ ਵੀ ਸਮਝਾ ਦਿੱਤਾ ਵੀ ਅੱਗੇ ਜਾ ਕੇ ਨਾ ਦੱਸਿਓ, ਕਿਉਂਕਿ ਇਸ ਨਾਮ ਦਾ ਅਸਰ ਘਟ ਜਾਂਦਾ ਹੈ। ਤੋ ਜਿਸ ਨਾਮ ਦਾ ਅਸਰ ਗੱਲ ਕਰਨ ਨਾਲ ਘਟ ਜਾਂਦਾ ਹੈ, ਜਿਸ ਨਾਮ ਦਾ ਪ੍ਰਭਾਵ ਦੂਸਰੇ ਨੂੰ ਦੱਸ ਦੇਣ ਦੇ ਨਾਲ ਖਤਮ ਹੋ ਜਾਂਦਾ ਹੈ ਜਾਂ ਉਹਦੇ ਵਿੱਚ ਕੋਈ ਘਾਟਾ ਪੈਦਾ ਹੋ ਜਾਂਦਾ ਹੈ, ਉਹ ਸਾਡੀ ਜ਼ਿੰਦਗੀ ਨੂੰ ਕੀ ਸਵਾਰ ਸਕਦਾ ਹੈ? ਉਹਨੂੰ ਤੇ ਆਪ ਨੂੰ ਹੀ ਬੜਾ ਖਤਰਾ ਹੈ। ਜਿਸ ਨਾਮ ਨੂੰ ਆਪ ਹੀ ਇੰਨਾ ਖਤਰਾ ਹੈ ਕਿ ਜੇ ਸ਼ੋ ਹੋ ਗਿਆ, ਬਾਹਰ ਪਤਾ ਲੱਗ ਗਿਆ, ਤਾਂ ਇਹਦਾ ਅਸਰ ਗਵਾਚ ਜਾਣਾ। ਇਹਦਾ ਮਤਲਬ ਉਸ ਨਾਮ ਨੂੰ ਹੀ ਜੇ ਇੰਨਾ ਖਤਰਾ ਹੈ, ਤਾਂ ਐਸੀ ਖਤਰੇ ਵਾਲੀ ਚੀਜ਼ ਸਾਨੂੰ ਕੀ ਦੇ ਸਕੇਗੀ? ਉਹਨੂੰ ਤਾਂ ਆਪ ਸੰਭਾਲ ਕੇ ਰੱਖਣ ਦੀ ਲੋੜ ਪੈਂਦੀ ਹੈ। ਉਹ ਨਾਮ ਸਾਨੂੰ ਕੀ ਸੰਭਾਲੇਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਵੇਖੋ ਵੰਡ ਛਕਣ ਦਾ ਸਿਧਾਂਤ ਗੁਰੂ ਨਾਨਕ ਮਹਾਰਾਜ ਨੇ ਦਿੱਤਾ ਹੈ ਸੰਸਾਰ ਨੂੰ, ਤੇ ਵੰਡ ਕੱਲਾ ਲੰਗਰ ਹੀ ਨਹੀਂ ਛਕਿਆ ਜਾਂਦਾ, ਧਨ ਹੀ ਨਹੀਂ ਛਕਣਾ, ਧਨ ਹੀ ਨਹੀਂ ਵੰਡਣਾ। ਜੇ ਨੇਕੀ, ਕੋਈ ਗੁਣ, ਕੋਈ ਚੰਗਿਆਈ ਮਨੁੱਖ ਦੇ ਪੱਲੇ, ਤੇ ਉਹ ਵੀ ਦੂਸਰੇ ਨਾਲ ਸ਼ੇਅਰ ਕਰਨੀ, ਵੰਡਣੀ, ਤਾਂ ਕਿ ਕਿਸੇ ਦਾ ਜੀਵਨ ਬਚ ਜਾਏ। ਦੁਨੀਆ ਦੀ ਕੋਈ ਦੌਲਤ ਕਿਸੇ ਠੱਗ ਨੂੰ, ਕਿਸੇ ਚੋਰ ਨੂੰ ਨੇਕ ਨਹੀਂ ਬਣਾ ਸਕਦੀ। ਜਿੰਨੇ ਮਰਜ਼ੀ ਕੋਈ ਲੰਗਰ ਲਾ ਲਵੇ, ਉਹ ਪੇਟ ਦੀ ਪੂਰਤੀ ਕਰ ਸਕਦੇ ਨੇ, ਲੋੜ ਪੂਰੀ ਕਰ ਸਕਦੇ ਨੇ, ਪਰ ਵੇਖੋ ਗੁਰੂ ਨਾਨਕ ਮਹਾਰਾਜ ਦੇ ਕੋਲ ਜੋ ਸੋਝੀਏ ਰੱਬ ਦੀ, ਉਹਨਾਂ ਨੇ ਦੂਜਿਆਂ ਨਾਲ ਵੰਡ ਲਈ, ਔਰ ਚੋਰ ਵੀ ਨੇਕ ਰਾਹ ਦੇ ਉੱਤੇ ਚੱਲ ਪਏ, ਠੱਗ ਵੀ ਨੇਕ ਰਾਹ ਦੇ ਉੱਤੇ ਚੱਲ ਪਏ। ਭੂਮੀਏ ਚੋਰ ਵਰਗੇ ਔਰ ਨੂਰ ਸ਼ਾਹ ਜਾਦੂਗਰਨੀ ਵਰਗੀਆਂ ਜਾਦੂ ਟੂਣੇ ਕਰਨ ਵਾਲੀਆਂ ਔਰਤਾਂ ਨੇਕ ਦਿਲ ਵਾਲੀਆਂ ਬਣ ਗਈਆਂ। ਜੇ ਗੁਰੂ ਨਾਨਕ ਆਪਣਾ ਗਿਆਨ ਨਾ ਵੰਡਦੇ ਤਾਂ ਕੀ ਬਣਦਾ? ਉਹਨਾਂ ਨੇ ਆਪਣੀ ਬਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਨਾ, ਵੀ ਹੋਰ ਵੀ ਲੋਕ ਇਸ ਬਾਣੀ ਦਾ ਲਾਭ ਲੈ ਕੇ ਆਪਣਾ ਜੀਵਨ ਸਵਾਰ ਸਕਣ, ਉੱਚਾ ਕਰ ਸਕਣ। ਹੁਣ ਗੁਰੂ ਨੇ ਤਾਂ ਕੋਈ ਗੱਲ ਲੁਕੋਈ ਨਹੀਂ, ਸਭ ਸਾਂਝੀ ਕਰ ਲਈ। ਜੋ ਉਹਨਾਂ ਕੋਲ ਵਿਰਾਸਤ ਹੈ, ਜੋ ਉਹਨਾਂ ਦੀ ਕਮਾਈ ਹੈ, ਉਹ ਸਭ ਸਾਡੇ ਸਾਹਮਣੇ ਰੱਖ ਦਿੱਤੀ। ਔਰ ਇਹ ਹੁੰਦਾ ਹੈ ਅਸਲ ਪਿਆਰ ਮਨੁੱਖਤਾ ਨੂੰ ਗੁਰੂ ਕਰਦਾ ਹੈ, ਤੇ ਗੁਰੂ ਕੋਈ ਵੀ ਚੀਜ਼ ਲੁਕੋ ਕੇ ਨਹੀਂ ਰੱਖਦਾ। ਹਰ ਚੀਜ਼ ਉਸਨੇ ਆਪਣੇ ਸਿੱਖ ਦੀ ਝੋਲੀ ਵਿੱਚ ਪਾਈ। ਆਪਣਾ ਨਾਮ ਤੱਕ ਸਿੱਖ ਨੂੰ ਦਿੱਤਾ, ਆਪਣੀ ਜਗ੍ਹਾ ਤੱਕ ਸਿੱਖ ਨੂੰ ਛੱਡੀ, ਆਪਣੀ ਸਭ ਕਮਾਈ ਤੇ ਵਿਰਸਾ ਗਿਆਨ ਦੇ ਰੂਪ ਵਿੱਚ ਸਿੱਖ ਦੀ ਝੋਲੀ ਪਾਇਆ। ਔਰ ਜੋ ਮਾਣ ਤੇ ਸਤਿਕਾਰ ਇਨਸਾਨ ਨੂੰ ਮਿਲਣਾ ਚਾਹੀਦਾ ਹੈ, ਗੁਰੂ ਨੇ ਉਹ ਸਭ ਕੁਝ ਸਿੱਖ ਨੂੰ ਸੌਂਪ ਦਿੱਤਾ। ਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਨੇ, ਵਿਰਲੇ ਹਨ ਸੰਸਾਰ ਦੇ ਅੰਦਰ ਉਹ ਸਤਿਕਾਰ ਦੇ ਪਾਤਰ ਹਨ, ਮਹੱਤਵਪੂਰਨ ਨੇ ਉਹ ਮਨੁੱਖ ਜਿਹੜੇ ਰੱਬ ਦੇ ਗੁਣਾਂ ਦੀ ਦਾਤ ਬਾਕੀਆਂ ਨਾਲ ਵੀ ਸਾਂਝੀ ਕਰਦੇ ਨੇ, ਵੰਡਦੇ ਨੇ, ਜਿਹੜੇ ਚੰਗਿਆਈ ਵੰਡਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਸਾਚੀ ਕਰਨੀ ਗੁਰ ਵਿਚਾਰ। ਗੁਰੂ ਦੇ ਉਪਦੇਸ਼ ਦੀ ਵਿਚਾਰ ਨਾਲ ਮਨੁੱਖ ਆਪਣੇ ਜੀਵਨ ਦੀ ਕਰਨੀ ਨੂੰ ਉੱਚੀ ਬਣਾਏ। ਕਰਨੀ ਦਾ ਅਰਥ ਹੁੰਦਾ ਹੈ ਕਰਤੱਵ, ਕਰਮ, ਕਰਤੂਤ, ਕਰੈਕਟਰ, ਕਿਰਦਾਰ। ਗੁਰੂ ਕਹਿੰਦੇ ਨੇ ਗੁਰੂ ਦੇ ਉਪਦੇਸ਼ ਮੁਤਾਬਕ ਆਪਣੇ ਕਿਰਦਾਰ ਨੂੰ ਉੱਚਾ ਕਰੇ, ਵੀ ਬਾਣੀ ਨੂੰ ਸਨਮੁਖ ਰੱਖ ਕੇ ਆਪਣੇ ਜੀਵਨ ਨੂੰ ਜੀਵੇ। ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਵਿੱਚ ਲੱਗਾ ਰਵੇ। ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜੋ ਅਰਥ ਕੀਤੇ ਨੇ, 10 ਭਾਗਾਂ ਵਿੱਚ ਉਹ ਪੋਥੀਆਂ ਨੇ, 10 ਵੋਲੀਅਮ ਨੇ, ਉਹਦੇ 10 ਭਾਗ ਨੇ, ਔਰ ਉਹਨਾਂ ਦਾ ਨਾਮ ਬੜਾ ਹੀ ਖੂਬਸੂਰਤ ਰੱਖਿਆ ਹੈ, ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ। ਦਰਪਣ ਦਾ ਅਰਥ ਹੁੰਦਾ ਸ਼ੀਸ਼ਾ, ਤੇ ਸ਼ੀਸ਼ਾ ਕਿਹੜੇ ਕੰਮ ਆਉਂਦਾ ਹੈ? ਆਪਣੇ ਆਪ ਨੂੰ ਬੰਦੇ ਨੇ ਵੇਖਣਾ ਹੋਵੇ। ਹੁਣ ਬੰਦਾ ਜਦੋਂ ਘਰੇ ਤਿਆਰ ਹੋਵੇ ਤਾਂ ਆਪਣੀ ਪਤਨੀ ਨੂੰ ਪੁੱਛਦਾ ਹੈ, ਧੀ ਨੂੰ ਪੁੱਛਦਾ ਹੈ, ਪੁੱਤਰ ਨੂੰ ਪੁੱਛਦਾ ਹੈ, ਭੈਣ ਨੂੰ ਪੁੱਛਦਾ ਹੈ, ਮਾਂ ਨੂੰ ਪੁੱਛਦਾ ਹੈ, ਬਾਪ ਨੂੰ ਪੁੱਛਦਾ ਹੈ, ਭਰਾ ਨੂੰ ਪੁੱਛਦਾ ਹੈ, ਮੈਂ ਕਿਹੋ ਜਿਹਾ ਲੱਗ ਰਿਹਾ। ਹੁਣ ਸਾਰਿਆਂ ਦਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੈ। ਮੋਹ ਵਸ, ਪਿਆਰ ਵਸ ਉਹ ਕਹਿ ਸਕਦੇ ਨੇ ਤੂੰ ਬੜਾ ਚੰਗਾ ਹੈ, ਪਰ ਦਿਲ ਨੂੰ ਤਸੱਲੀ ਨਾ ਹੋਈ। ਬੰਦਾ ਸ਼ੀਸ਼ੇ ਸਾਹਮਣੇ ਜਾ ਕੇ ਖਲੋ ਗਿਆ ਵੀ ਵੇਖਾਂ ਤੇ ਸਹੀ, ਇਹ ਸੱਚ ਕਹਿੰਦੇ ਨੇ, ਵੇਖਾਂ ਤੇ ਸਹੀ ਮੈਂ ਕਿਹੋ ਜਿਹਾ ਲੱਗਦਾ। ਹੁਣ ਬੰਦੇ ਨੇ ਆਪਣੀਆਂ ਅੱਖਾਂ ਨਾਲ ਆਪਣੇ ਆਪ ਨੂੰ ਵੇਖਣਾ ਹੋਵੇ ਤੇ ਸਭ ਤੋਂ ਵੱਡੀ ਮਦਦ ਆਪਣੇ ਆਪ ਨੂੰ ਵੇਖਣ ਲਈ ਸ਼ੀਸ਼ਾ ਹੀ ਕਰਦਾ ਹੈ। ਉਹਦੇ ਸਾਹਮਣੇ ਜਾ ਕੇ ਖਲੋ ਜਾਂਦਾ ਹੈ, ਆਪਣੇ ਆਪ ਨੂੰ ਆਪੇ ਹੀ ਵੇਖ ਲਿਆ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ। ਜਿਵੇਂ ਚੰਗਾ ਲੱਗਿਆ ਆਪਣੇ ਆਪ ਨੂੰ ਸਵਾਰ ਲਿਆ। ਹੁਣ ਗੁਰੂ ਸਾਹਿਬ ਮਹਾਰਾਜ ਆਖਦੇ, ਬੰਦਿਆਂ ਆਪਣੇ ਆਪ ਨੂੰ ਵੇਖਣ ਦੀ ਜੁਗਤ ਕੀ ਹੈ, ਤਰੀਕਾ ਕੀ ਹੈ? ਉਹ ਤਾਂ ਇੱਕ ਬੜੀ ਵੱਡੀ ਮਦਦ ਤੇਰੀ ਹੋਵੇਗੀ ਜੇ ਤੂੰ ਗੁਰੂ ਦੇ ਸ਼ਬਦ ਦਾ ਸ਼ੀਸ਼ਾ ਸਾਹਮਣੇ ਰੱਖ ਕੇ
ਆਪਣੇ ਅੰਦਰ ਝਾਤ ਮਾਰੇ, ਆਪਣੇ ਆਪ ਨੂੰ ਵੇਖੇ। ਜਿੱਥੇ ਕੋਈ ਫਾਲਟ ਹੈ, ਜਿੱਥੇ ਕੋਈ ਪ੍ਰੋਬਲਮ ਹੈ, ਜਿੱਥੇ ਕਿਧਰੇ ਨਾ ਕਿਧਰੇ ਤੈਨੂੰ ਆਪਣਾ ਆਪ ਕਰੂਪ ਨਜ਼ਰ ਆਏ, ਉਥੇ ਤੂੰ ਉਹਨੂੰ ਸਵਾਰ ਲਵੇਂ। ਆਪਣੇ ਆਪ ਨੂੰ ਠੀਕ ਕਰਨ ਦਾ ਢੰਗ ਹੈ ਬਾਣੀ। ਤੋ ਗੁਰਬਾਣੀ ਜਿਹੜੀ ਹੈ ਉਹ ਆਪਣੇ ਆਪ ਵਾਸਤੇ ਹੀ, ਜੇਕਰ ਮਨੁੱਖ ਉਹਨੂੰ ਸਮਝਣ ਦਾ ਯਤਨ ਕਰੇ ਕਿ ਗੁਰਬਾਣੀ ਦੇ ਮੁਤਾਬਕ ਮੇਰਾ ਆਚਾਰ ਵਿਹਾਰ ਕਿਰਦਾਰ ਕਿਸ ਤਰ੍ਹਾਂ ਬਣ ਸਕਦਾ ਹੈ, ਗੁਰੂ ਦੀ ਬਾਣੀ ਕੀ ਰਸਤਾ ਦੱਸਦੀ ਹੈ, ਕੀ ਰਾਹ ਦਿੰਦੀ ਹੈ, ਸਭ ਤੋਂ ਸੌਖਾ ਮਾਰਗ ਇਹ ਹੈ। ਪਰ ਖਿਮਾ ਕਰ ਦੇਣਾ ਗੁਰੂ ਕੇ ਪਿਆਰ ਵਾਲਿਓ, ਇਹ ਸ਼ੀਸ਼ੇ ਵੇਖਤੇ ਬਹੁਤ ਰਹੇ ਨੇ ਪਰ ਵੇਖਦਾ ਕੋਈ ਨਹੀਂ। ਸ਼ੀਸ਼ਾ ਤੇ ਵੇਖਣਾ ਸੀ, ਪਰ ਸਾਡੇ ਕੋਲ ਸ਼ੀਸ਼ਾ ਹੈ, ਸਾਡੇ ਕੋਲ 10 ਸ਼ੀਸ਼ੇ ਨੇ, ਸਾਡੇ ਕੋਲ 50 ਸ਼ੀਸ਼ੇ ਨੇ। ਹਰ ਬੰਦਾ ਇਹੋ ਹੀ ਪ੍ਰਚਾਰ ਕਰਨ ਤੇ ਲੱਗਿਆ। ਭਾਵ ਮੈਂ 50 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ, ਮੈਂ 101 ਪਾਠ ਸੁਖਮਨੀ ਸਾਹਿਬ ਦੇ ਕਰਦਾ, ਮੁਬਾਰਕ ਹੈ, ਚੰਗੀ ਗੱਲ ਹੈ, ਮਾੜੀ ਤੇ ਨਹੀਂ। ਪਰ 50 ਸ਼ੀਸ਼ੇ ਨੇ ਮੇਰੇ ਕੋਲ, ਪਰ ਮੈਂ ਮੂੰਹ ਇੱਕ ਚ ਵੀ ਨਹੀਂ ਵੇਖ ਸਕਿਆ। ਇਹ ਵੀ ਤੇ ਹੈਰਾਨੀ ਦੀ ਗੱਲ ਹੈ ਨਾ, ਵੀ ਸਾਰਾ ਘਰ ਸ਼ੀਸ਼ਿਆਂ ਨਾਲ ਭਰਿਆ ਪਿਆ, ਬੰਦਾ ਰਹਿੰਦਾ ਹੀ ਸ਼ੀਸ਼ਿਆਂ ਦੇ ਘਰ ਦੇ ਵਿੱਚ ਹੈ, ਪਰ ਆਪਣਾ ਆਪ ਫਿਰ ਵੀ ਨਹੀਂ ਵੇਖਦਾ। ਤੇ ਕੀ ਲਾਭ ਹੋਏਗਾ ਉਹਨਾਂ ਸ਼ੀਸ਼ਿਆਂ ਦਾ, ਜਿਸ ਵਿੱਚ ਬੰਦਾ ਆਪਣਾ ਚਿਹਰਾ ਵੀ ਨਾ ਵੇਖੇ ਤੇ ਆਪਣੇ ਆਪ ਨੂੰ ਸਵਾਰੇ ਵੀ ਨਾ, ਉਲਝਿਆ ਹੀ ਰਵੇ, ਕਰੂਪ ਹੀ ਬਣਿਆ ਰਵੇ, ਤਾਂ ਉਹ ਸ਼ੀਸ਼ੇ ਕੀ ਕਰਨਗੇ? ਸ਼ੀਸ਼ੇ ਦਾ ਤੇ ਸੁਭਾਅ ਹੈ, ਪਰ ਉਹਦੇ ਸਾਹਮਣੇ ਤੇ ਖਲੋਣਾ ਪਏਗਾ ਨਾ, ਉਹ ਤਾਂ ਸੱਚ ਦੱਸ ਹੀ ਜਾਏਗਾ। ਪਰ ਜੇ ਬੰਦਾ ਉਹਦੇ ਸਾਹਮਣੇ ਨਹੀਂ ਹੁੰਦਾ ਤੇ ਇਕੱਠੇ ਕਰ ਕਰਕੇ ਰੱਖੀ ਜਾਂਦਾ ਹੈ। ਹੁਣ ਤੁਸੀਂ ਸੋਚੋ ਵੀ ਉਹਦਾ ਕਿੰਨਾ ਕੁ ਲਾਭ ਪਹੁੰਚੇਗਾ ਸਾਡੇ ਜੀਵਨ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਅਸੀਂ ਜ਼ਿੰਦਗੀ ਸਵਾਰਨ ਦਾ ਮਾਰਗ ਜੇਕਰ ਬਣਾਈਏ, ਸਾਧਨ ਬਣਾਈਏ, ਤਾਂ ਇਹ ਉਹੋ ਹੀ ਬਾਣੀ ਹੈ ਜਿਸ ਦੇ ਸ਼ਬਦ ਗਾਏ ਨੇ ਗੁਰੂ ਸਾਹਿਬਾਨਾਂ ਨੇ, ਔਰ ਕਿਤਨੇ ਲੋਕਾਂ ਦਾ ਭਲਾ ਹੋਇਆ। ਇਹ ਉਹੋ ਹੀ ਬਾਣੀ ਹੈ ਜਿਸ ਨੇ ਮਹਾਨ ਬਹਾਦਰ ਸੂਰਮੇ ਪੈਦਾ ਕੀਤੇ ਨੇ, ਧਰਮ ਹੱਕ ਦੀ ਲੜਾਈ ਲੜਨ ਵਾਲੇ। ਔਰ ਇਹ ਉਹੋ ਹੀ ਬਾਣੀ ਹੈ ਜਿਸ ਨੇ ਕਈ ਵਿਗੜੇ ਹੋਏ ਜੀਵਨ ਸਵਾਰ ਦਿੱਤੇ ਨੇ। ਔਰ ਇਹ ਉਹੋ ਹੀ ਬਾਣੀ ਹੈ ਜਿਸ ਨੇ ਲੋਕਾਂ ਦੇ ਅੰਦਰ ਭਗਤੀ, ਸੇਵਾ, ਪਰਉਪਕਾਰ ਇਤਿਆਦਿਕ ਗੁਣ ਪੈਦਾ ਕਰਕੇ ਸਾਡੇ ਇਤਿਹਾਸ ਵਿੱਚ ਕਿੱਡੇ ਮਹਾਨ ਇਨਸਾਨ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ, ਉਹਨਾਂ ਸਾਰਿਆਂ ਦਾ ਆਧਾਰ ਬਾਣੀ ਹੈ। ਉਹ ਬਾਣੀ ਨੇ ਪੈਦਾ ਕੀਤੇ ਨੇ, ਗੁਰੂ ਦੇ ਸ਼ਬਦ ਨਾਲ ਉਹਨਾਂ ਦੇ ਜੀਵਨ ਇੰਨੇ ਉੱਚੇ ਹੋਏ ਨੇ। ਚਾਹੇ ਬਾਬਾ ਬੁੱਢਾ ਜੀ ਦਾ ਜੀਵਨ ਪੜ੍ਹ ਲਈਏ, ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹ ਲਈਏ, ਚਾਹੇ ਅਸੀਂ ਭਾਈ ਮੰਝ ਦਾ ਜੀਵਨ ਪੜ੍ਹ ਲਈਏ, ਭਾਈ ਲੰਗਾਹ ਦਾ ਜੀਵਨ ਪੜ੍ਹ ਲਈਏ, ਭਾਈ ਗੁਰਦਾਸ ਜੀ ਦਾ ਜੀਵਨ ਪੜ੍ਹ ਲਈਏ, ਭਾਈ ਨੰਦ ਲਾਲ ਸਾਹਿਬ ਦਾ, ਕਿਤਨੇ ਹੀ ਨੇ। ਇਹ ਸਾਰੇ ਜੀਵਨ ਜਿਹੜੇ ਨੇ, ਇਹਨਾਂ ਦਾ ਆਧਾਰ ਜ਼ਿੰਦਗੀ ਦਾ ਪੱਧਰ ਉੱਚਾ ਹੋਇਆ, ਇਹ ਸਤਕਾਰੇ ਗਏ ਸੰਸਾਰ ਦੇ ਅੰਦਰ। ਇਤਿਹਾਸ ਵਿੱਚ ਇਹਨਾਂ ਨੂੰ ਮਾਣ ਹੈ, ਫਕਰ ਹੈ, ਔਰ ਅੱਜ ਆਪਾਂ ਇਹਨਾਂ ਨੂੰ ਬੜੇ ਹੀ ਆਦਰ ਨਾਲ ਯਾਦ ਕਰਦੇ ਹਾਂ। ਤਾਂ ਉਹ ਯਾਦ ਤਾਂ ਕਰਦੇ ਹਾਂ ਵੀ ਜੀਵਨ ਉੱਚਾ ਹੈ, ਤੇ ਜੀਵਨ ਉੱਚਾ ਕਿਨ ਬਣਾਇਆ? ਗੁਰੂ ਦੇ ਉਪਦੇਸ਼, ਗੁਰੂ ਦੀ ਮੱਤ ਨੇ। ਤੋ ਬੇਸ ਕੀ ਹੈ, ਆਧਾਰ ਕੀ ਹੈ? ਜਿਵੇਂ ਗੁਰੂ ਸਾਹਿਬ ਨੇ ਆਖਿਆ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਹੁਣ ਗੁਰੂ ਮਹਾਰਾਜ ਆਖਦੇ ਨੇ ਵੀ ਜੇ ਗੁਰੂ ਦੀ ਬਾਣੀ, ਗੁਰੂ ਦੀ ਵਿਚਾਰ, ਗੁਰੂ ਦਾ ਉਪਦੇਸ਼ ਤੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੀ ਨਿਰਖ ਤੇ ਪਰਖ ਕਰੇ ਤਾਂ ਸਾਚੀ ਕਰਨੀ। ਤੇਰਾ ਕਿਰਦਾਰ ਵੀ ਗੁਰਬਾਣੀ ਦੇ ਸੱਚ ਵਰਗਾ ਹੋ ਸਕਦਾ ਹੈ। ਤੇਰੀ ਕਰਨੀ, ਤੇਰੇ ਕਰਤੱਵ ਵੀ ਸੱਚੇ ਹੋ ਸਕਦੇ ਨੇ। ਮਹਾਰਾਜ ਆਖਦੇ ਨੇ, ਅਗੰਮ ਅਗੋਚਰ ਕੀਮਤ ਨਹੀਂ ਪਾਏ। ਉਹ ਵਾਹਿਗੁਰੂ ਅਗੰਮ, ਅਗੰਮ ਦਾ ਅਰਥ ਹੈ ਅਪਹੁੰਚ, ਬੁੱਧੀ ਦੇ ਤਲ ਤੋਂ ਪਰੇ ਹੈ। ਦਿਮਾਗੀ ਘੁੰਤਰਬਾਜ਼ੀ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੇ ਹਸਤੀ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਭਾਵ ਅਰਥ ਇਹ ਹੈ ਵੀ ਉਸ ਬਾਰੇ ਜਿੰਨਾ ਮਰਜ਼ੀ ਦਿਮਾਗੀ ਤੌਰ ਤੇ ਬੰਦੇ ਨੂੰ ਪਤਾ ਹੋਵੇ, ਹਾਂ ਉਹ ਦੂਜੇ ਨਾਲ ਚਰਚਾ ਕਰਨ ਦੇ ਕੰਮ ਤਾਂ ਆ ਸਕਦਾ ਹੈ, ਪਰ ਆਪਣੇ ਜੀਵਨ ਨੂੰ ਲਾਭ ਨਹੀਂ ਦੇ ਸਕਦਾ। ਜੇ ਰੱਬ ਦੇ ਗੁਣ ਸਮਝ ਕੇ ਮਨੁੱਖ ਨੇ ਉਸ ਜਾਣਕਾਰੀ ਨੂੰ ਆਪਣੇ ਜੀਵਨ 'ਚ ਕਮਾਇਆ ਨਹੀਂ। ਅਗੋਚਰ ਦਾ ਅਰਥ ਹੈ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅੱਖਾਂ ਉਹਨੂੰ ਵੇਖ ਨਹੀਂ ਸਕਦੀਆਂ, ਚਮੜੀ ਉਹਨੂੰ ਮਹਿਸੂਸ, ਸਪਰਸ਼ ਨਹੀਂ ਕਰ ਸਕਦੀ, ਛੂ ਨਹੀਂ ਸਕਦੀ, ਨਾਸਕਾ ਨਾਲ ਉਹਦੀ ਸੁਗੰਧ ਨਹੀਂ ਮਹਿਸੂਸ ਕੀਤੀ ਜਾ ਸਕਦੀ, ਕੰਨਾਂ ਨਾਲ ਉਹਦੀ ਕੋਈ ਆਵਾਜ਼ ਨਹੀਂ ਸੁਣੀ ਜਾ ਸਕਦੀ। ਭਾਵ ਇਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ, ਅਗੋਚਰ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ।
आखें तां वेखें सब तू है जिन जगत उपाया। सतगुरु महाराज आखदे ने, हे वाहिगुरु तू अगम भी है, अगोचर भी है, इंद्रियां दी पहुंच तो परे है। इस करके कहंदे ने कीमत नहीं पाए उस वाहिगुरु दे गुणां दा अंत वो किड्डा क वड्डा है, ਉਹਦੇ गुणां दा की संपूर्ण आनंद है, ये दसिया नहीं जा सकदा। ਤਾਂ ਮਿਲੀਏ ਜਾਂ ਲਏ ਮਿਲਾਏ, ਉਹਦੇ ਨਾਲ ਤਾਂ ਉਹਦੀ ਕਿਰਪਾ ਤੇ ਬਖਸ਼ਿਸ਼ ਨਾਲ ਹੀ ਮਿਲੀਦਾ। ਭਾਵ ਜਿਸ ਨੂੰ ਇਹ ਸੋਝੀ ਹੋ ਵੀ ਗਈ ਹੈ ਨਾ, ਉਹ ਇਹ ਦਾਵਾ ਨਹੀਂ ਕਰਦਾ ਵੀ ਇਹ ਮੇਰੀ ਅਕਲ ਹੈ, ਮੇਰੀ ਮੱਤ ਹੈ, ਮੇਰੀ ਮਿਹਨਤ ਹੈ। ਉਹ ਇਹੋ ਹੀ ਕਹਿੰਦਾ ਵਾਹਿਗੁਰੂ ਇਹ ਤੇਰੀ ਬਖਸ਼ਿਸ਼ ਹੀ ਹੈ, ਇਹ ਤੇਰਾ ਗਿਫਟ ਹੀ ਹੈ, ਇਹ ਤੇਰਾ ਦਿੱਤਾ ਹੋਇਆ ਤੋਹਫਾ ਹੀ ਹੈ, ਇਹ ਤੇਰਾ ਪਿਆਰ ਹੀ ਹੈ ਕਿ ਮੈਂ ਇਸ ਲਾਇਕ ਬਣ ਗਿਆ। ਆਪਣੀ ਚਤੁਰਾਈ ਦਾ ਕਾਹਦਾ ਨਾਜ਼। फिर जिथे ये गुरूर आ जाए फिर धर्म की रह गया। इन्ना भी गुरूर नहीं जीवन अंदर। जे धर्म सच कमा लिया तां भी हंकार नहीं जीवन अंदर। महाराज कहते ने गुणवंती गुण सारे नीत, नानक गुर मत मिलिए मीत। गुणवंती ओ जीव इस्त्री, ओ मनुख गुणवान है जेड़े हमेशा ही श्रेष्ठ रब दे गुणां नूं इकट्ठियां करते ने नित ही, हर वेले हर घड़ी। जिन्हां दे मन की सुरत की सांझ उस रब दे गुणां की पूंजी इकट्ठी करन दे उत्ते है, वो गुणवान ने। हजूर कहंदे नानक, हे नानक गुर मत मिलिए मीत। हे मित्र, हे सत संगी, गुरु की मत नाल ही उस अकाल पुरख वाहिगुरु दे गुणां नाल, ओदी हस्ती दे नाल मिलाप हो सकता है। 18 नंबर बंद विच हजूर कहंदे ने काम क्रोध काया कौ गाड़ै। काम ते क्रोध इस काया नूं जीवन नूं गाड़ के रख दिंदा है, भाव इनूं तबाह करदा है। काम भी तबाह करदा है ते क्रोध भी तबाह करदा है। ये साडी सुरत नूं खीण करदा है, दिमागी पद्धर नूं डिस्ट्रॉय करदा है, डैमेज करदा है, साडे शरीर नूं रोगी बनाउंदा है ते साडे परिवार ते सोसाइटी दे विच खलबली पैदा करदा है। हर पक्ष तो यह सानू गालण वाली चीज है, खत्म करन वाली चीज। इनू गुरु महाराज कहंदे काम क्रोध काया कौ। वैसे ये दोवें ही विकारां दा जिक्र इकट्ठा बड़ी बार आया बाणी च। काम ते क्रोध दा इकट्ठा जिक्र बहुत बार गुरु ग्रंथ साहब च आया। काम क्रोध न मोही है बिनसै लोभ सुआन। गुरु साहब कहंदे ने काम ते क्रोध ओनू मोहंदा पोंदा नहीं। भाव ये इकट्ठे शब्द बड़ी बार गुरु ग्रंथ साहब च काम ते क्रोध इकट्ठे ही वरते गए ने। तामसी सुभाव महाराज बाणी दे विच आखदे ने हुण काम है शरीर दी एक जरूरत, पर काम विकार है जदों इहदे चस्के विच गलतान होया मनुख शर्म दियां, हया दियां, धर्म दियां, मर्यादा दियां हद्दां नूं टप्पदा है, उदों मनुख दा अपना करैक्टर भी तबाह और उस वेले सोसाइटी समाज ते परिवार भी खेरूं खेरूं और बड़ियां वड्डियां मुसीबतां नूं इंसान दा ये बेमर्यादा जीवन जन्म दिंदा है। क्रोध दी भी ऐसी ही कुछ गाथा है। वो क्रोध जिहड़ा साडी जिंदगी दा एक रस है, जदों अपनी मर्यादा तो बाहर जांदा है बड़ियां मुसीबतां नूं सद्दे दिंदा है, कोहराम मचदा है संसार दे अंदर। वैसे एक बेनती करा, एक सज्जण दा ख्याल सी भी धर्म जिहड़ा ना, धर्म दे नाल ते बड़ियां लड़ाइयां संसार विच होईयां। धर्म ने बड़ा नुकसान मनुखता दा कीता है। धर्म दे नां दे उत्ते हर वेले लोग मरण ते मारन लई तैयार बर तैयार खड़े रहिंदे ने। इस करके ऐसा धर्म जिन्हें फायदा कोई नहीं दिता,